ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਨਮਸਕਾਰ, ਆਦਾਬ। ਮੈਂ ਤੁਹਾਡਾ ਬਿੰਦਾ ਬੇਂਸ ਗੱਲ ਕਰੂੰਗਾ ਮਿਨੀਮਮ ਸਪੋਰਟ ਪ੍ਰਾਈਸ ਦੀ। ਪਹਿਲਾਂ ਪ੍ਰਧਾਨ ਮੰਤਰੀ ਕਹਿ ਰਿਹਾ ਨਾ, ਮੈਂ ਮਿਨੀਮਮ ਸਪੋਰਟ ਪ੍ਰਾਈਸ ਇੰਨਾ ਫਿਕਸ ਕਰਤਾ, ਹਾਈ ਕਰ ਦਿੱਤਾ ਕਿ ਉਹ ਤੋਂ ਥੱਲੇ ਕੋਈ ਵੀ ਫਸਲ ਨਹੀਂ ਲਏਗਾ। ਉਹ ਪ੍ਰਾਈਸ ਕਿਸਾਨ ਨੂੰ ਮਿਲੇਗਾ ਹੀ ਮਿਲੇਗਾ। ਪ੍ਰਧਾਨ ਮੰਤਰੀ ਜੀ, ਥਿਊਰੀ ਤੇ ਪ੍ਰੈਕਟੀਕਲ 'ਚ ਬਹੁਤ ਫਰਕ ਹੁੰਦਾ ਜਨਾਬ। ਮਾਈਕ ਵਿੱਚ ਬੋਲਣਾ ਬਹੁਤ ਸੌਖਾ ਜੀ, ਜਾ ਕੇ ਮੰਡੀਆਂ 'ਚ ਦੇਖੋ ਕਿਸਾਨਾਂ ਨੂੰ MSP ਮਿਲਦੀ ਨਹੀਂ। ਮਿਨੀਮਮ ਸਪੋਰਟ ਪ੍ਰਾਈਸ ਉਹ ਕਿਸਾਨਾਂ ਨੂੰ ਮਿਲਦਾ ਨਹੀਂ ਹੈਗਾ। ਕਿਸਾਨ ਕਿੱਥੇ ਜਾਣ ਹੁਣ? ਇੱਕ ਤਾਂ ਸਰਕਾਰੀ ਕਰਮਚਾਰੀ ਤਨਖਾਹ ਤਾਂ ਹੈ ਨਹੀਂ, ਜਿਹੜੀ ਇੱਕ ਵਾਰੀ ਬੰਨ੍ਹ ਦਿੱਤੀ ਤਾਂ ਬੰਨ੍ਹ ਦਿੱਤੀ, ਉਹੀ ਮਿਲਣੀ ਉਹਨੂੰ। ਕਿਸਾਨਾਂ ਨਾਲ ਇੰਜ ਨਹੀਂ ਹੁੰਦਾ। ਕੇਸ ਕਰਨ, ਕਿਤੇ ਕਰਨ, ਕੇਸਾਂ ਜੋਗੇ ਰਹਿ ਜਾਣਗੇ ਫਿਰ ਤਾਂ। ਖੇਤੀ ਕਰਨੋਂ ਰਹੇ, ਫੈਮਿਲੀ ਸਾਂਭਣੋਂ ਰਹੇ, ਕੇਸਾਂ ਦੀ ਪੈਰਵਾਈ ਕਰਨਗੇ ਫਿਰ। ਮੈਨੂੰ ਸਮਝ ਨਹੀਂ ਆਉਂਦੀ। ਤੁਸੀਂ ਕਹਿੰਦੇ ਮੈਂ 3 ਕਾਨੂੰਨ ਲੈ ਕੇ ਆਇਆ, 3 ਬਿੱਲ ਲੈ ਕੇ ਆਇਆ ਕਿਸਾਨਾਂ ਵਾਸਤੇ ਫਾਇਦੇਮੰਦ ਆ। ਕਿਸਾਨਾਂ ਵਾਸਤੇ ਤੁਸੀਂ ਲੈ ਕੇ ਆਏ ਆ, ਕਿਸਾਨ ਹੀ ਇਹਨੂੰ ਮਨਾ ਕਰਦੇ ਪਏ ਆ। ਜੇ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈਗੇ ਤਾਂ ਤੁਹਾਨੂੰ ਵਾਪਸ ਲੈਣ ਵਿੱਚ ਦਿੱਕਤ ਕੀ ਆਉਂਦੀ ਪਈ ਆ? ਇਹ ਤਾਂ ਉਹ ਗੱਲ ਹੋ ਗਈ, ਕਿਸੇ ਨੂੰ ਭੁੱਖ ਲੱਗੀ ਨਹੀਂ, ਧੱਕੇ ਨਾਲ ਰੋਟੀ ਖਿਲਾਓਗੇ, ਢਾਹ ਕੇ ਉਹਦੇ ਮੂੰਹ 'ਚ ਪਾਓਗੇ ਰੋਟੀ। ਨੀਅਰਲੀ 23 ਦੇ ਅਰਾਊਂਡ ਕੰਪਨੀਆਂ ਜੋ ਸਰਕਾਰੀ ਸੀਗੀਆਂ, ਤੁਸੀਂ ਪ੍ਰਾਈਵੇਟ ਹੱਥਾਂ 'ਚ ਦੇ ਚੁੱਕੇ ਹੁਣ ਇਸ ਟਾਈਮ। ਜੇ ਤੁਹਾਨੂੰ ਲੱਗਦਾ ਸੀ ਸਰਕਾਰੀ ਕੰਪਨੀ ਦੀ ਹਾਲਤ ਇੰਨੀ ਖਰਾਬ ਆ, ਉਹਨੂੰ ਸਟੈਬਲਿਸ਼ਡ ਵੀ ਕੀਤਾ ਜਾ ਸਕਦਾ ਸੀ, ਉਹਨੂੰ ਵਾਪਸ ਪੈਰਾਂ 'ਤੇ ਖੜਾ ਕੀਤਾ ਜਾ ਸਕਦਾ ਸੀ, ਮਜ਼ਬੂਤ ਕੀਤਾ ਜਾ ਸਕਦਾ ਸੀ, ਨਾ ਕਿ ਉਹਨੂੰ ਸਿੱਧਾ ਵੇਚ ਹੀ ਦਿੰਦੇ। ਸ਼ਾਰਟਕਟ ਤਰੀਕੇ ਨਾ ਅਪਣਾਓ। ਉਹ ਗੱਲ ਹੋ ਗਈ ਆ, ਦੇਸ਼ 'ਚੋਂ ਗਰੀਬੀ ਹਟਾਉਣੀ ਤੇ ਗਰੀਬ ਨੂੰ ਹੀ ਮਾਰ ਦਿਓ। ਜਨਾਬ, ਗਰੀਬ ਨੂੰ ਦੁਬਾਰਾ ਖੜਾ ਵੀ ਕੀਤਾ ਜਾ ਸਕਦਾ ਹੁੰਦਾ। ਗਰੀਬੀ ਹਟਾਉਣ ਵਾਸਤੇ ਗਰੀਬ ਨੂੰ ਮਾਰਿਆ ਨਹੀਂ ਜਾਂਦਾ। ਵਿਚਲੀ ਗੱਲ ਪਤਾ ਕੀ ਆ? ਤੁਸੀਂ ਗਏ ਵਿੱਚ ਵਾਲੇ ਫਸ। ਅਵਾਨੀ ਅਡਾਨੀ ਵਰਗਿਆਂ ਦੇ ਅਨਾਜ ਸੇਵ ਕਰਨ ਵਾਸਤੇ ਜੋ ਕੋਲਡ ਸਟੋਰ ਆ ਜਾਂ ਅਨਾਜ ਦੇ ਗਡਾਊਨ ਆ, ਬਹੁਤ ਵੱਡੇ ਵੱਡੇ ਬਣ ਰਹੇ ਆ ਜਾਂ ਬਣ ਚੁੱਕੇ ਸਾਰੇ ਦੇਸ਼ ਵਿੱਚ, ਪੰਜਾਬ ਵਿੱਚ ਵੀ। ਉਹਨਾਂ 'ਤੇ ਲੱਗ ਚੱਕਿਆ ਬਹੁਤ ਕਰੋੜਾਂ ਰੁਪਈਆ। ਸਾਡੇ ਕਹਿਣ 'ਤੇ, ਕਿਉਂਕਿ ਇਹ ਫੈਸਲਾ 2-3 ਸਾਲ ਜਾਂ ਹੋਰ ਪਤਾ ਨਹੀਂ ਕਦੋਂ ਪਹਿਲਾਂ ਹੋ ਚੁੱਕਿਆ, ਸਾਡੇ ਕਹਿਣ 'ਤੇ ਉਹਨੇ ਬਣਾਉਣੇ ਸਟਾਰਟ ਕੀਤੇ ਆ ਅਤੇ ਬਣ ਚੁੱਕੇ ਆ। ਤੁਸੀਂ ਆਹ ਕਾਨੂੰਨ ਤਾਂ ਹੁਣ ਲੈ ਕੇ ਆਏ ਸੀ ਨਾ, ਕਿਉਂਕਿ ਇਹ ਫੈਸਲਾ ਤਾਂ ਪਹਿਲਾਂ ਹੀ ਹੋ ਗਿਆ ਸੀ। ਜੇ ਤੁਸੀਂ ਇਹ ਕਾਨੂੰਨ ਵਾਪਸ ਲੈ ਲਏ ਹੁਣ, ਤੇ ਉਹਨਾਂ ਦਾ ਲਾਇਆ ਹੋਇਆ ਪੈਸਾ ਸਾਰਾ ਬੇਕਾਰ ਜਾਣਾ ਫਿਰ, ਤੇ ਤੁਸੀਂ ਉਹਨਾਂ ਨੂੰ ਕੋਈ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ। ਵਿਚਲੀ ਗੱਲ ਇਹ ਹੈ। ਦੇਖੋ, ਸਰਕਾਰੀ ਮੰਡੀ ਵੀ ਤੁਹਾਡੀ, ਜੋ ਤੁਸੀਂ ਪ੍ਰਾਈਵੇਟ ਮੰਡੀ ਦੀ ਗੱਲ ਕਰਦੇ ਆ ਲਿਆ ਰਹੇ ਆ, ਉਹ ਪ੍ਰਾਈਵੇਟ ਜਿਹੜੇ ਬੰਦੇ ਆ ਉਹ ਵੀ ਤੁਹਾਡੇ। ਇਹ ਤੁਹਾਡੇ ਉੱਪਰ ਡਿਪੈਂਡ ਆ ਕਿ ਤੁਸੀਂ ਕਿਹੜੀ ਮੰਡੀ ਨੂੰ ਮਜ਼ਬੂਤ ਕਰਨਾ। ਜੇ ਤੁਸੀਂ ਕਿਤੇ ਸਰਕਾਰੀ ਕੰਪਨੀਆਂ ਜਾਂ ਸਰਕਾਰੀ ਮੰਡੀਆਂ ਬਾਰੇ ਸੋਚਿਆ ਹੁੰਦਾ, ਸਰਕਾਰੀ ਮੰਡੀ ਨੂੰ ਇੰਨਾ ਮਜ਼ਬੂਤ ਕਰ ਦੋ ਨਾ, ਮਜਾਲ ਹੈ ਕੋਈ ਪ੍ਰਾਈਵੇਟ ਕੰਪਨੀ ਜਾਂ ਮੰਡੀ ਉਹਦੇ ਸਾਹਮਣੇ ਖੜ ਜੇ ਆ ਕੇ। ਪਰ ਤੁਸੀਂ ਇੰਜ ਤਾਂ ਕਰਨਾ ਨਹੀਂ। ਕਿਸੇ ਕਿਸਾਨ ਕੋ ਦੋ, ਫॉर एग्जाम्पल ਕਿਸੇ ਕਿਸਾਨ ਕੋ 2 ਬਲਦ ਨੇ, ਬੈਲ, ਉਹ ਇੱਕ ਨੂੰ ਚੰਗੀ ਖੁਰਾਕ ਦੇਵੇ, ਦੂਜੇ ਨੂੰ ਦੇਵੇ ਨਾ। ਇੱਕ ਦੀ ਚੰਗੀ ਦੇਖਭਾਲ ਕਰੇ, ਦੂਜੇ ਦੀ ਕਰੇ ਨਾ। ਇੱਕ ਤਾਂ ਕਮਜ਼ੋਰ ਹੋ ਜਾਏਗਾ, ਇੱਕ ਹੋ ਜਾਏਗਾ ਤਾਕਤਵਰ। ਜਿਹੜਾ ਤਾਕਤਵਰ ਹੈ ਉਹੀ ਜੋਤਿਆ ਜਾਣਾ ਪੰਜਾਲੀ ਵਿੱਚ, ਉਹੀ ਜੋੜਿਆ ਜਾਣਾ। ਫਿਰ ਕਮਜ਼ੋਰ ਨੇ ਤਾਂ ਦਾਮੇ ਤੋੜਨਾ ਜਨਾਬ, ਉਹ ਖੇਤ ਵਿੱਚ ਜੋਤਿਆ ਨਹੀਂ ਜਾਣਾ। ਫਿਰ ਇਹ 2 ਬਲਦ ਹੀ ਸਮਝ ਲਓ ਹੁਣ, ਸਰਕਾਰੀ ਮੰਡੀ ਤੇ ਪ੍ਰਾਈਵੇਟ ਮੰਡੀ। ਤੁਸੀਂ ਕਿਹਨੂੰ ਜੋਤਣਾ ਆ ਤੁਹਾਨੂੰ ਵੀ ਪਤਾ ਆ।
ਤੇ ਕਿਹਨੂੰ ਜੋਤ ਰਹੇ ਆ। ਇਸ ਟਾਈਮ ਸਰਕਾਰੀ ਸਕੂਲ ਹੋ ਗਏ, ਸਰਕਾਰੀ ਟਰਾਂਸਪੋਰਟ ਹੋ ਗਈ ਜਾਂ ਸਰਕਾਰੀ ਹਸਪੀਟਲ ਹੋ ਗਏ, ਇੰਨੀ ਹਾਲਤ ਜਾਂ ਇੰਨੀ ਖਸਤਾ ਹੋ ਚੁੱਕੀ ਹੈ ਨਾ, ਲੋਕਾਂ ਨੂੰ ਮਜਬੂਰੀ 'ਚ ਸਰਕਾਰੀ ਦੀ ਬਜਾਏ ਪ੍ਰਾਈਵੇਟ ਟਰਾਂਸਪੋਰਟ ਯੂਜ਼ ਕਰਨੀ ਪੈਂਦੀ, ਭਾਵੇਂ ਮਹਿੰਗੀ ਆ ਉਹ, ਤਾਂ ਵੀ ਪ੍ਰਾਈਵੇਟ ਸਕੂਲਾਂ 'ਚ ਬੱਚੇ ਭੇਜਣੇ ਪੈਂਦੇ ਆ, ਭਾਵੇਂ ਜਿੰਨੇ ਮਰਜ਼ੀ ਮਹਿੰਗੇ ਆ, ਮਜਬੂਰੀ 'ਚ ਭੇਜਣੇ ਪੈਂਦੇ ਆ। ਕਿਉਂਕਿ ਸਰਕਾਰੀ ਸਕੂਲਾਂ ਦੀ ਇਹ ਹਾਲਤ ਹੋ ਗਈ, ਜਾਂ ਤਾਂ ਉੱਥੇ ਟੀਚਰ ਹੈ ਨਹੀਂ ਗੇ, ਜਾਂ ਆਉਂਦੇ ਨਹੀਂ, ਜਾਂ ਜਿਹੜੇ ਹੈਗੇ ਆ ਉਹਨਾਂ ਕੋਲ ਕੁਆਲੀਫਿਕੇਸ਼ਨ ਹੈ ਨਹੀਂ, ਉਹਨਾਂ ਕੋਲ ਕੋਈ ਡਿਗਰੀ ਹੈ ਨਹੀਂ, ਉਹਨਾਂ ਕੋਲ ਆਪ ਵੀ ਗਿਆਨ ਹੈ ਨਹੀਂ ਕਿ ਤਾਂ ਬੱਚਿਆਂ ਨੂੰ ਕੀ ਗਿਆਨ ਦੇਣਗੇ ਉਹ। ਮਜਬੂਰੀ 'ਚ ਪ੍ਰਾਈਵੇਟ ਸਕੂਲਾਂ 'ਚ ਬੱਚੇ ਪਾਉਣੇ ਪੈਂਦੇ ਆ। ਅਮੀਰ ਲੋਕ ਤਾਂ ਭੇਜ ਲੈਣਗੇ, ਗਰੀਬ ਕਿੱਥੇ ਜਾਊਗਾ ਜਨਾਬ। ਤੇ ਜਿਹੜੇ ਮਿਡਲ ਕਲਾਸ ਲੋਕੀ ਨੇ ਨਾ, ਉਹ ਆਪਣੇ ਗਲ 'ਚ ਅੰਗੂਠਾ ਦੇ ਕੇ ਪਤਾ ਨਹੀਂ ਕਿੱਦਾਂ ਢਿੱਡ ਬੰਨ੍ਹ ਕੇ ਬੱਚਿਆਂ ਨੂੰ ਉੱਥੇ ਭੇਜਦੇ ਆ। ਇੰਨੀ ਫੀਸ ਹੈ ਉਹ ਸਕੂਲਾਂ ਦੀ, ਕੋਈ ਰਸਤਾ ਛੱਡਿਆ ਹੀ ਨਹੀਂ, ਕੀ ਕਰਨਗੇ। ਹੌਲੀ ਹੌਲੀ ਦੇਸ਼ ਵਿੱਚ ਨਾ ਲੋਕਤੰਤਰ, ਜਿਹਨੂੰ ਡੈਮੋਕ੍ਰੇਸੀ ਕਹਿੰਦੇ ਆ, ਖਤਮ ਹੁੰਦੀ ਜਾ ਰਹੀ ਹੈ, ਨੀਅਰਲੀ ਖਤਮ ਹੋ ਹੀ ਚੁੱਕੀ ਹੈ। ਜੇ ਥੋੜ੍ਹਾ ਤੁਸੀਂ ਨਾ ਪਿੱਛੇ ਚੱਲ ਜਾਓ, ਥੋੜ੍ਹਾ ਜਿਹਾ 400-500 ਸਾਲ ਜਾਂ ਥੋੜ੍ਹਾ ਹੋਰ ਪਿੱਛੇ ਚੱਲ ਜਾਓ, ਰਾਜੇ ਮਹਾਰਾਜੇ ਹੁੰਦੇ ਸੀ ਨਾ। ਇੱਕ ਰਾਜਾ ਕੋਈ ਵੀ ਫੈਸਲਾ ਲੈਂਦਾ ਸੀ ਨਾ ਦੇਸ਼ ਵਾਸਤੇ, ਪ੍ਰਜਾ ਨੂੰ ਮੰਨਣਾ ਹੀ ਪੈਂਦਾ ਸੀ, ਭਾਵੇਂ ਚੰਗਾ ਭਾਵੇਂ ਮਾੜਾ, ਕੋਈ ਵੱਸ ਨਹੀਂ ਸੀ ਪ੍ਰਜਾ ਦਾ। ਤੇ ਗਾਂ ਉਹਦੇ ਮਰਨ ਤੋਂ ਬਾਅਦ 'ਚ ਉਹਦਾ ਪੁੱਤ ਗੱਦੀ ਤੇ ਬਹਿੰਦਾ ਸੀ, ਉਹ ਲਗਾਮ ਸਾਂਭਦਾ ਸੀ ਦੇਸ਼ ਦੀ, ਤੇ ਗਾਂ ਉਹਦਾ ਪੁੱਤ ਆ। ਇਹੀ ਕੰਮ ਤੁਸੀਂ ਕਰਨ ਜਾ ਰਹੇ ਹੁਣ, ਅੰਬਾਨੀ ਵਰਗਿਆਂ ਦੇ ਹੱਥ ਦੇਸ਼ ਦੇਣ ਲੱਗੇ ਤੁਸੀਂ, ਹੈ ਨਾ। ਸਾਰੇ ਫੈਸਲੇ ਵੱਡੇ ਵੱਡੇ, ਗਾਂ ਉਹਨਾਂ ਦਾ ਪੁੱਤ ਉਹ ਸਾਂਭੇਗਾ ਦੇਸ਼, ਉਹ ਲਏਗਾ ਫੈਸਲੇ, ਤੇ ਗਾਂ ਉਹਦਾ ਪੋਤਾ। ਸਰਕਾਰਾਂ ਦਾ ਕੋਈ ਰੋਲ ਰਹਿਣਾ ਨਹੀਂ ਵਿੱਚ। ਸਰਕਾਰਾਂ ਨੇ ਉਹਨਾਂ ਦੇ ਸਾਹਮਣੇ, ਇਹਨਾਂ ਪੂੰਜੀਪਤੀਆਂ ਧਨਾਡਾਂ ਦੇ ਸਾਹਮਣੇ ਦਮ ਤੋੜ ਦੇਣਾ। ਕਮ ਸੇ ਕਮ ਇੱਕ ਉਮੀਦ ਤਾਂ ਹੁੰਦੀ ਸੀ ਦੇਸ਼ ਦੇ ਇੱਕ ਵਾਸੀ ਨੂੰ ਵੋਟ ਦੇਣ ਦੀ, ਕਿ 4-5 ਸਾਲ ਬਾਅਦ ਕੋਈ ਨਵੀਂ ਸਰਕਾਰ ਆਏਗੀ, ਕੁਛ ਕਰੇਗੀ। ਇੱਕ ਲੋਕਤੰਤਰ ਸੀ, ਡੈਮੋਕ੍ਰੇਸੀ, ਸਰਕਾਰ ਚੁਣਨ ਦਾ ਹੱਕ ਸੀ ਹਰ ਇੱਕ ਬੰਦੇ ਨੂੰ। ਤੁਸੀਂ ਉਹ ਵੀ ਹੱਕ ਖੋਹਣ ਲੱਗੇ ਆ ਹੁਣ। ਸਰਕਾਰ ਤਾਂ ਚੁਣ ਲਏਗਾ ਦੇਸ਼ ਦਾ ਬੰਦਾ, ਸਰਕਾਰਾਂ ਬਦਲੀਆਂ ਜਾ ਸਕਦੀਆਂ, ਧਨਾੜ ਬੰਦੇ ਨਹੀਂ ਬਦਲ ਹੋਣੇ, ਧਨਾੜ ਬੰਦੇ ਨਹੀਂ ਚੋਣ ਹੋਣੇ, ਉਹ ਤਾਂ ਜਿਹੜੇ ਹੈਗੇ ਆ ਉਹੀ ਹੈਗੇ ਆ। ਇੱਕ ਵਾਰੀ ਦੇਸ਼ ਉਹਨਾਂ ਦੇ ਹੱਥ ਚਲ ਗਿਆ ਤਾਂ ਚਲ ਗਿਆ, ਫਿਰ ਵੱਡੇ ਵੱਡੇ ਫੈਸਲੇ ਦੇਸ਼ ਦੇ ਉਹੀ ਲੈਣਗੇ। ਸਰਕਾਰਾਂ ਉਹਨਾਂ ਦੇ ਸਾਹਮਣੇ ਕੱਖ ਵੀ ਨਹੀਂ ਹੋਣੀਆਂ। ਫਿਰ ਇੰਜ ਕਰਨ ਜਾ ਰਹੇ ਆ ਤੁਸੀਂ। ਇੱਕ ਤਾਨਾਸ਼ਾਹ, ਜਿਹਨੂੰ ਡਿਕਟੇਟਰ ਰਾਜ ਕਹਿੰਦੇ ਆ ਨਾ, ਉਹ ਰਾਜ ਹੋਏਗਾ। ਫਿਰ ਕੁਛ ਕੁ ਪੂੰਜੀਪਤੀ ਧਨਾੜ ਬੰਦੇ ਉਹੀ ਦੇਸ਼ ਨੂੰ ਚਲਾਉਣਗੇ। ਸਰਕਾਰਾਂ ਦੀ ਇੰਨੀ ਹਿੰਮਤ ਨਹੀਂ ਹੋਣੀ ਕੋਈ ਫੈਸਲੇ ਲੈਣ ਦੀ। ਸਰਕਾਰੀ ਕੰਪਨੀਆਂ ਤੁਹਾਡੀਆਂ ਜਾਂ ਸਰਕਾਰੀ ਮੰਡੀਆਂ ਤੁਹਾਡੀਆਂ, ਪ੍ਰਾਈਵੇਟ ਮੰਡੀ ਜਿਹੜੀ ਤੁਸੀਂ ਕਹਿੰਦੇ ਆ ਪਹਿਲਾਂ ਰੱਖਣੀਆਂ, ਦੋਵੇਂ ਆਉਣਗੀਆਂ, ਉਹ ਵੀ ਬੰਦੇ ਤੁਹਾਡੇ। ਹੁਣ ਕਿਹਨੂੰ ਮਜ਼ਬੂਤ ਕਰਨਾ ਆ, ਉਹ ਤਾਂ ਤੁਹਾਡੇ ਹੱਥ ਵੱਸ ਆ ਨਾ। ਜਦੋਂ ਸਾਰੀ ਲਗਾਮ ਬਾਗ ਦੌੜ ਜਿਹੜੀ ਹੈ ਨਾ ਪ੍ਰਾਈਵੇਟ ਮੰਡੀਆਂ ਦਾ ਚੱਲ ਗਈ ਹੈ ਨਾ, ਸਰਕਾਰੀ ਮੰਡੀਆਂ ਨੇ ਹੌਲੀ ਹੌਲੀ ਦਮ ਤੋੜ ਦੇਣਾ। ਜਿੱਦਾਂ ਹੁਣ BSNL ਜੀਓ ਦੇ ਸਾਹਮਣੇ ਮੂੰਹ ਭਾ ਡਿੱਗਾ ਪਿਆ, ਆਪਣਾ ਦਮ ਹੀ ਤੋੜਦਾ ਪਿਆ। ਇਹੀ ਕੰਮ ਹੋਣਾ। ਤੇ ਜਦੋਂ ਸਰਕਾਰੀ ਮੰਡੀ ਦਾ ਟੋਟਲੀ ਨਾਮੋ ਨਿਸ਼ਾਨ ਖਤਮ ਹੋ ਗਿਆ ਨਾ, ਉਦੋਂ ਪ੍ਰਾਈਵੇਟ ਮੰਡੀਆਂ ਵਾਲੇ ਨਾ ਆਪਣਾ ਰੰਗ ਦਿਖਾਉਣਗੇ ਕਿਸਾਨਾਂ ਨੂੰ। ਫਿਰ ਕਿਸਾਨ ਆਪਣੇ ਹੀ ਖੇਤ ਵਿੱਚ ਇੱਕ ਗੁਲਾਮ ਬਣ ਕੇ ਰਹਿ ਜਾਏਗਾ, ਮਾਲਕ ਨਹੀਂ ਹੋਏਗਾ,
ਇੱਕ ਗੁਲਾਮ ਹੋਏਗਾ। ਕਿਸਾਨਾਂ ਦੀ ਖੇਤੀ ਦਾ, ਕਿਸਾਨਾਂ ਦੇ ਖੇਤਾਂ ਦਾ ਉਹ ਫੈਸਲਾ ਲੈਣਗੇ। ਸਿੱਧੀ ਜੀ ਗੱਲ ਹੈ ਜਨਾਬ। ਹੱਲੇ ਵੀ ਕਿਸਾਨ ਸਿਰਫ ਇਹੀ ਕਹਿ ਰਿਹਾ ਕਿ ਅਸੀਂ ਅਡਾਨੀ ਜਾਂ ਅੰਬਾਨੀ ਦੇ ਥੱਲੇ ਖੇਤੀ ਨਹੀਂ ਕਰਨੀ, ਦੈਟਸ ਇਟ, ਇਹੀ ਕਹਿ ਰਿਹਾ। ਤੁਹਾਨੂੰ ਇੰਨੀ ਜੀ ਗੱਲ ਕਿਉਂ ਨਹੀਂ ਸਮਝ ਆ ਰਹੀ? ਉਹਨਾਂ ਵੀਰਾਂ ਭੈਣਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਹੱਲੇ ਵੀ ਸਰਕਾਰ ਦਾ ਸਾਥ ਦੇ ਰਹੇ ਆ, ਹੱਲੇ ਵੀ ਕਹਿੰਦੇ ਸਰਕਾਰ ਦੇ ਫੈਸਲੇ ਸਹੀ ਨੇ, ਜੇ ਦੇਸ਼ ਨੂੰ ਬਚਾ ਹੁੰਦਾ ਤਾਂ ਬਚਾ ਲਓ। ਲੋਕਤੰਤਰ, ਟੋਟਲੀ ਡੈਮੋਕ੍ਰੇਸੀ ਖਤਮ ਹੋ ਰਹੀ ਆ। ਕੁਛ ਕੁ ਬੰਦੇ ਦੇਸ਼ ਨੂੰ ਚਲਾਉਣਗੇ, ਕੁਛ ਧਨਾਟ ਬੰਦੇ। ਸਰਕਾਰਾਂ ਦਾ ਵਿੱਚ ਕੋਈ ਰੋਲ ਨਹੀਂ ਰਹਿਣਾ। ਭਾਵੇਂ ਸਰਕਾਰ ਤੁਸੀਂ ਜਿਹੜੀ ਮਰਜ਼ੀ ਚੁਣ ਲਿਓ, ਜਿਹੜੀ ਮਰਜ਼ੀ। ਬਚਾ ਸਕਦੇ ਤਾਂ ਬਚਾ ਲਓ। ਬਸ ਇਹੀ ਕਹਿਣਾ ਸੀ। ਰੱਬ ਰੱਖਾ।